ਕਿਤਾਬ ਮੈਨੂੰ ਛੁੱਟੀ ਚਾਹੀਦੀ ਹੈ ਵਿੱਚ ਅਗਲਾ ਸਿਰਲੇਖ ਹੈ ਜੋ ਹੁਕਮ ਮੇਰੇ ਆਕਾ। ਇੱਕ ਝਟਕੇ ਨਾਲ ਬੱਸ ਰੁਕ ਗਈ ਹੈ। ਕਈ ਹੋਰ ਮੁਸਾਫਰਾਂ ਨੇ ਵੀ ਉਸੇ ਅੱਡੇ ਤੇ ਉਤਰਨਾ ਹੈ। ਕਈ ਮਰਦਾਂ ਦੇ ਸਰੀਰਾਂ ਨਾਲ ਖਹਿੰਦੀ ਭੱਜਦੀ ਮੈਂ ਥੱਲੇ ਉਤਰ ਰਹੀ ਹਾਂ। ਮੈਂ ਬਹੁਤ ਡਰਦਿਆਂ ਘਰ ਵੱਲ ਵੱਧ ਰਹੀ ਹਾਂ। ਮੈਂ ਅੱਜ ਇੱਕ ਨਾਲਾਇਕੀ ਕੀਤੀ ਹੈ। ਬੇਸ਼ੱਕ ਥੋੜ੍ਹੇ ਸਮੇਂ ਲਈ ਹੀ ਹੋਵੇ, ਪਰ ਮੈਂ ਘਰ ਛੱਡਿਆ ਹੈ। ਇਸ ਦਾ ਜਵਾਬ ਮੇਰੇ ਤੋਂ ਮੰਗਿਆ ਜਾਵੇਗਾ। ਮੈਂ ਅਕਸਰ ਦੇਖਦੀ ਹਾਂ ਕਿ ਜਦੋਂ ਮੈਂ ਘਰ ਛੱਡ ਕੇ ਕਿਤੇ ਜਾਂਦੀ ਹਾਂ ਤਾਂ ਪਰਤਣ ਉੱਤੇ ਮੇਰਾ ਸਵਾਗਤ ਇਸੇ ਤਰ੍ਹਾਂ ਹੁੰਦਾ ਹੈ। ਘਰ ਮੇਰੇ ਉੱਤੇ ਵਿਅੰਗ ਕਰਦਾ ਹੈ, ਆ ਗਈ ਮਹਾਰਾਣੀ ਘੁੰਮ ਕੇ। ਅੱਜ ਕੱਲ੍ਹ ਮੈਨੂੰ ਛੱਡ ਕੇ ਬਾਹਰ ਘੁੰਮਣ ਦਾ ਬੜਾ ਚਸਕਾ ਲੱਗਿਆ। ਫਿਰ ਬਿਲਕੁਲ ਕਿਸੇ ਫਿਲਮ ਵਾਂਗੂ ਮੈਨੂੰ ਇੱਕ ਦ੍ਰਿਸ਼ ਦਿਖਾਉਣਾ ਸ਼ੁਰੂ ਕਰਦਾ ਹੈ। ਇੱਕ ਦ੍ਰਿਸ਼ ਤੋਂ ਦੂਜੇ ਦ੍ਰਿਸ਼ ਤੱਕ ਇਹ ਕਿਤੇ ਨਹੀਂ ਉਕਦਾ। ਸੋਫੇ ਉੱਤੇ ਸਾਰੀਆਂ ਗੱਦੀਆਂ ਉਲਟੀਆਂ ਪਈਆਂ ਹੁੰਦੀਆਂ, ਦੀਵਾਨ ਦੀ ਚਾਦਰ ਅੱਧੀ ਥੱਲੇ ਹੁੰਦੀ ਹੈ, ਮੇਜ਼ ਉੱਤੇ ਜੂਠੇ ਗਲਾਸ, ਰਸੋਈ ਵਿੱਚ ਬ੍ਰੈਡ ਦਾ ਚੂਰਾ, ਮਸ਼ੀਨ 'ਤੇ ਗੰਦੇ ਕੱਪੜੇ, ਗੁਸਲਖਾਨੇ ਵਿੱਚ ਮਿੱਟੀ, ਅਲਮਾਰੀ ਵਿੱਚੋਂ ਖਿੱਚ ਕੇ ਕੱਢੇ ਕੱਪੜੇ, ਗੁਸਲਖਾਨੇ ਵਿੱਚ ਭੰਗਰ ਦੀ ਸਾਬਣ, ਫਰਿੱਜ ਵਿੱਚ ਖਾਲੀ ਬੋਤਲਾਂ, ਪਾਣੀ ਦੀ ਆਸ ਵਿੱਚ ਖੜ੍ਹੇ ਛੋਟੇ ਪੌਦੇ, ਆਪਣੇ ਉੱਡੇ ਰੰਗਾਂ ਨਾਲ ਤਾਰ ਉੱਤੇ ਸੁੱਕ ਕੇ ਮੁਰਝਾਏ ਕੱਪੜੇ, ਰਸੋਈ ਵਿੱਚ ਖਾਣ ਲਈ ਕੁਝ ਨਹੀਂ ਅਤੇ ਪਿੱਠ ਭੂਮੀ ਵਿੱਚ ਮੇਰੇ ਉੱਤੇ ਹੱਸਦਾ ਘਰ ਪੁੱਛਦਾ ਹੈ, ਕਿਹੋ ਜਿਹੀ ਰਹੀ ਫਿਲਮ? ਦੇਖ, ਮੈਂ ਤੈਨੂੰ ਕੱਚਾ ਮਾਲ ਦੇ ਦਿੱਤਾ ਹੈ। ਇਸ ਸਭ ਕਾਸੇ ਨੂੰ ਠੀਕ ਕਰ ਅਤੇ 1 ਘੰਟੇ ਬਾਅਦ ਮੈਨੂੰ ਇੱਕ ਸੋਹਣੀ ਜਿਹੀ ਫਿਲਮ ਬਣਾ ਕੇ ਦਿਖਾ। ਨਾਲ ਹੀ ਮੈਨੂੰ ਤਾਕੀਦ ਕਰਦਾ ਹੈ ਕਿ ਮੈਂ ਇਸ ਦ੍ਰਿਸ਼ ਵਿੱਚੋਂ ਇੱਕ ਵੀ ਸੀਨ ਐਡਿਟ ਨਹੀਂ ਕਰ ਸਕਦੀ। ਇਹ ਮੇਰੇ ਅਖਤਿਆਰ ਵਿੱਚ ਨਹੀਂ ਹੈ ਅਤੇ ਮੈਂ ਇੱਕ ਪੜ੍ਹੀ ਲਿਖੀ ਔਰਤ ਜੋ ਹੁਕਮ ਮੇਰੇ ਆਕਾ ਆ ਕੇ ਕੰਮ ਕਰਨ ਡਹਿ ਪੈਂਦੀ ਹਾਂ। ਇਸ ਦੌਰਾਨ ਮੇਰਾ ਘਰ ਆਰਾਮ ਨਾਲ ਸੋਫੇ ਉੱਤੇ ਪਸਰਿਆ ਆਪਣਾ ਕੋਈ ਮਨਪਸੰਦ ਕੰਮ ਕਰਦਾ ਰਹਿੰਦਾ ਹੈ। ਇੰਨਾ ਹੀ ਨਹੀਂ, ਸਗੋਂ ਸੋਫਾ ਸਾਫ਼ ਕਰਨ ਲਈ ਉਸਨੂੰ ਉਠਾਉਣਾ ਵੀ ਮੈਨੂੰ ਗੁਨਾਹ ਲੱਗਦਾ ਹੈ। ਅਗਲਾ ਸਿਰਲੇਖ ਹੈ ਬਰਾਬਰ ਮੌਕਿਆਂ ਦੀ ਧਾਰਨਾ। ਮੈਂ ਸਾਲਾਂ ਤੋਂ ਸੋਚ ਰਹੀ ਹਾਂ ਕਿ ਜਦੋਂ ਮੈਂ ਇਹ ਸਭ ਕਰਦੀ ਹਾਂ ਤਾਂ ਮੇਰੇ ਅੰਦਰ ਕੀ ਟੁੱਟਦਾ ਹੈ। ਮੈਨੂੰ ਕਿਹੜਾ ਲਾਇਲਾਜ ਰੋਗ ਲੱਗ ਰਿਹਾ ਹੈ। ਜਦੋਂ ਮੈਨੂੰ ਸਮਝ ਆਇਆ ਕਿ ਮੇਰੇ ਦਿਲ ਅਤੇ ਦਿਮਾਗ ਦੀਆਂ ਕਈ ਕੋਸ਼ਿਕਾਵਾਂ ਦਾ ਨੁਕਸਾਨ ਹੋ ਰਿਹਾ ਹੈ, ਇਸੇ ਲਈ ਮੈਂ ਤੇਰੀ ਨਹੀਂ ਹੋ ਪਾ ਰਹੀ। ਮੇਰੇ ਅੰਦਰ ਐਨੀ ਬੁੱਧੀ ਜਨਮ ਹੀ ਨਹੀਂ ਲੈ ਪਾਉਂਦੀ। ਮੈਨੂੰ ਰਾਜਨੀਤਿਕ ਪਾਰਟੀਆਂ ਦੇ ਨਾਮ ਯਾਦ ਨਹੀਂ ਰਹਿੰਦੇ। ਮੌਕੇ ਉੱਤੇ ਕਿਸੇ ਗੱਲ ਦਾ ਜਵਾਬ ਯਾਦ ਨਹੀਂ ਆਉਂਦਾ। ਪਤਾ ਇੱਕ ਦਿਨ ਕੀ ਹੋਇਆ? ਇੱਕ ਦਿਨ ਮੈਂ ਗੁਸਲਖਾਨੇ ਵਿੱਚ ਸੀ ਅਤੇ ਨਹਾ ਕੇ ਬਾਹਰ ਨਿਕਲਣ ਲੱਗੀ। ਮੈਂ ਇਹ ਵੀ ਭੁੱਲ ਗਈ ਕਿ ਕੱਪੜੇ ਕਿਵੇਂ ਪਾਈਦੇ ਨੇ। ਮੈਂ ਲਾਚਾਰ ਜਿਹੀ ਖੜੀ ਕੱਪੜਿਆਂ ਨੂੰ ਉਲਟ ਪਲਟ ਕੇ ਦੇਖਦੀ ਰਹੀ। ਮੇਰੀਆਂ ਅੱਖਾਂ ਵਿੱਚੋਂ ਪਾਣੀ ਵਹਿ ਰਿਹਾ ਸੀ। ਫਿਰ ਮੇਰੇ ਹੱਥਾਂ ਨੇ ਮੇਰੀ ਮਦਦ ਕੀਤੀ। ਉਹਨਾਂ ਨੂੰ ਕੱਪੜੇ ਪਹਿਨਾਉਣ ਦੀ ਆਦਤ ਸੀ। ਉਹਨਾਂ ਨੇ ਮੇਰੇ ਕੱਪੜੇ ਪਹਿਨਾ ਕੇ ਮੈਨੂੰ ਇੱਕ ਸ਼ਰਮ ਅਤੇ ਲਾਚਾਰੀ ਵਿੱਚੋਂ ਕੱਢ ਲਿਆ। ਇਸ ਘਟਨਾ ਤੋਂ ਮੇਰੇ ਜ਼ਿਹਨ ਵਿੱਚ 2 ਤਰ੍ਹਾਂ ਦੇ ਸਵਾਲ ਆਏ ਕਿ ਕਾਬਲ ਹੋਣ ਤੋਂ ਕੀ ਭਾਵ ਹੈ ਅਤੇ ਕੀ ਮੈਂ ਹੌਲੀ-ਹੌਲੀ ਇੱਕ ਨਾਕਾਬਲ ਵਸਤੂ ਵਿੱਚ ਤਬਦੀਲ ਹੁੰਦੀ ਜਾ ਰਹੀ ਹਾਂ। ਮੈਂ ਵਾਰ-ਵਾਰ ਆਪਣੇ ਦੋਹਾਂ ਹੱਥਾਂ ਨੂੰ ਦੇਖਦੀ ਰਹਿੰਦੀ ਅਤੇ ਸੋਚਦੀ ਕਿ ਉਸ ਦਿਨ ਮੇਰੇ ਇਹਨਾਂ ਹੱਥਾਂ ਨੇ ਹੀ ਮੇਰੀ ਮਦਦ ਕਿਉਂ ਕੀਤੀ। ਕੀ ਮੇਰੇ ਹੱਥ ਮੈਨੂੰ ਬਹੁਤ ਪਿਆਰ ਕਰਦੇ ਹਨ? ਕੀ ਉਹਨਾਂ ਨੂੰ ਮੇਰੀ ਲਾਚਾਰੀ ਉੱਤੇ ਸ਼ਰਮ ਆ ਰਹੀ ਸੀ? ਕੀ ਮੇਰਾ ਨਗੇਜ਼ ਉਹਨਾਂ ਨੂੰ ਪਰੰਪਰਾ ਦਾ ਟੁੱਟਣਾ ਲੱਗ ਰਿਹਾ ਸੀ ਜਾਂ ਫਿਰ ਅਜਿਹਾ ਕੁਝ ਨਹੀਂ? ਹੱਥਾਂ ਨੇ ਉਹੀ ਕੀਤਾ ਜਿਸ ਦੀ ਉਹਨਾਂ ਨੂੰ ਆਦਤ ਸੀ। ਮੈਨੂੰ ਘਰੇ ਅਤੇ ਬਾਹਰ ਹੋਈਆਂ ਉਹ ਗੋਸ਼ਟੀਆਂ ਯਾਦ ਆਉਂਦੀਆਂ ਹਨ ਜਦੋਂ ਤੁਸੀਂ ਮੌਕਿਆਂ ਦੀਆਂ ਗੱਲਾਂ ਕਰਦੇ ਹੁੰਦੇ ਸੀ ਅਤੇ ਸਮਾਨ ਮੌਕਿਆਂ ਦੀ ਧਾਰਨਾ ਨੂੰ ਸਮਝਦੇ ਸੀ। ਕੀ ਉਸ ਵਕਤ ਤੁਹਾਡੀਆਂ ਅੱਖਾਂ ਅੱਗੇ ਕਦੇ ਕਦਾਈ ਆਪਣੀਆਂ ਪਤਨੀਆਂ ਦਾ ਚਿਹਰਾ ਨਹੀਂ ਸੀ ਝਲਕਦਾ ਜਾਂ ਪਲਕਾਂ ਬੰਦ ਕਰਕੇ ਉਸ ਝਲਕ ਨੂੰ ਨਜ਼ਰ ਅੰਦਾਜ਼ ਹੀ ਕਰ ਦਿੰਦੇ ਸੀ? ਕੀ ਕਾਬਲੀਅਤ, ਬੁੱਧੀ, ਸਮਝਦਾਰੀ ਅਤੇ ਪ੍ਰਤਿਭਾ ਦਾ ਸੰਬੰਧ ਸਮਾਨ ਮੌਕਿਆਂ ਦੀ ਧਾਰਨਾ ਨਾਲ ਨਹੀਂ ਜੁੜਿਆ ਹੋਇਆ?
ਤੂੰ ਦੁਨੀਆ ਜਹਾਨ ਦੇ ਮੰਚਾਂ ਤੋਂ ਗੋਸ਼ਟੀਆਂ ਵਿੱਚ ਜੋ ਮਰਜ਼ੀ ਬੋਲਦਾ ਰਹੇ, ਪਰ ਸੱਚ ਦੱਸ ਕਿ ਤੂੰ ਆਪਣੇ ਘਰ ਵਿੱਚ ਕਦੇ ਆਪਣੇ ਸਮਾਨ ਮੌਕਿਆਂ ਨਾਲ ਮੇਰੀ ਕੋਈ ਜਾਣ ਪਛਾਣ ਕਰਵਾਈ ਹੈ? ਔਰਤ ਅਤੇ ਮਰਦ ਦੋ ਜਾਤਾਂ ਹਨ ਅਤੇ ਹੁਣ ਤੱਕ ਦੇ ਸਾਰੇ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਕਿੱਤੇ ਤੁਹਾਨੂੰ ਧਿਆਨ ਵਿੱਚ ਰੱਖ ਕੇ ਹੀ ਪੈਦਾ ਕੀਤੇ ਗਏ ਹਨ। ਤੁਹਾਡੇ ਲਈ ਹੀ ਸਾਨੂੰ ਬਚਪਨ ਵਿੱਚ ਸਰਵੇ ਭਵੰਤੂ ਸੁਖੀਨः, ਸਰਵੇ ਸੰਤੂ ਨਿਰਾਮਯ ਦਾ ਮੰਤਰ ਰਟਾਇਆ ਜਾਂਦਾ ਸੀ ਅਤੇ ਜਦੋਂ ਮੈਂ ਇਹ ਮੰਤਰ ਸਿੱਖ ਰਹੀ ਸਾਂ ਤਾਂ ਮੇਰੇ ਪਰਿਵਾਰ ਵਿੱਚ ਦੋ ਅਥਰੀਆਂ ਔਰਤਾਂ ਮੇਰੇ ਲਈ ਰਿਹੱਸ ਸਨ, ਪਰ ਮੈਂ ਦੋਹਾਂ ਤੋਂ ਬਹੁਤ ਪ੍ਰਭਾਵਿਤ ਸੀ। ਮੈਂ ਉਹਨਾਂ ਨੂੰ ਲੈ ਕੇ ਹਮੇਸ਼ਾ ਦੁਬਿਧਾ ਵਿੱਚ ਰਹਿੰਦੀ ਕਿ ਉਹਨਾਂ ਨੂੰ ਪਿਆਰ ਕਰਾਂ ਜਾਂ ਦੁਨੀਆ ਦੀ ਗੱਲ ਮੰਨ ਕੇ ਨਫ਼ਰਤ ਕਰਾਂ। ਅਗਲਾ ਸਿਰਲੇਖ ਹੈ ਇੱਕ 9 ਵਰ੍ਹਿਆਂ ਦੀ ਬੱਚੀ ਦਾ ਬਿਆਨ। ਮੈਨੂੰ ਦਿਨ ਅਤੇ ਤਰੀਕ ਤਾਂ ਯਾਦ ਨਹੀਂ, ਪਰ ਬਹੁਤ ਪੁਰਾਣੀ ਗੱਲ ਹੈ। ਇੱਕ ਗੂੜ੍ਹੀ ਕਾਲੀ ਰਾਤ ਸੀ, ਅਜਿਹੀ ਕਾਲੀ ਜਿਸ ਵਿੱਚ ਕਾਲਖ ਦਾ ਕੋਈ ਸਿਰਾ ਨਹੀਂ ਥਿਆਉਂਦਾ ਅਤੇ ਗੂੜ੍ਹੀ ਜਿਵੇਂ ਬਹੁਤ ਚਕਾਚੌਂਧ ਦੇ ਅੰਦਰ ਦਾ ਗਹਿਰਾ ਹਨੇਰਾ। ਉਸ ਦਿਨ ਜਦੋਂ ਮੈਂ ਸਕੂਲੋਂ ਪਰਤੀ ਤਾਂ ਮਾਂ, ਚਾਚੀ ਅਤੇ ਭੂਆ ਦੇ ਚਿਹਰੇ 'ਤੇ ਕਈ ਰੰਗ ਆ ਜਾ ਰਹੇ ਸਨ ਅਤੇ ਉਹਨਾਂ ਦੇ ਚਿਹਰੇ ਕਿਸੇ ਖੁਸ਼ੀ ਵਾਲੀ ਗੱਲ ਨਾਲ ਚਮਕ ਰਹੇ ਸਨ। ਪਹਿਲਾਂ ਤਾਂ ਮੈਂ ਸੋਚਿਆ ਕਿ ਅੱਜ ਸ਼ਾਮ ਨੂੰ ਸਿਨੇਮਾ ਜਾਣ ਦਾ ਪ੍ਰੋਗਰਾਮ ਬਣਿਆ ਹੋਵੇਗਾ, ਪਰ ਨਾ ਹੀ ਤਾਂ ਕੋਈ ਫਿਲਮ ਦਾ ਨਾਮ ਦੱਸ ਰਿਹਾ ਸੀ ਅਤੇ ਨਾ ਹੀ ਭੂਆ ਹੀਰੋ ਦਾ ਨਾਮ ਲੈ ਲੈ ਕੇ ਆਹਾਂ ਭਰ ਰਹੀ ਸੀ। ਇਹ ਤਾਂ ਕੋਈ ਹੋਰ ਹੀ ਮਸਲਾ ਸੀ ਜੋ ਮੇਰੀ ਸਮਝ ਤੋਂ ਬਾਹਰ ਸੀ। ਉਹਨਾਂ ਦਿਨਾਂ ਵਿੱਚ ਸਾਡੇ ਲਈ ਸਿਨੇਮੇ ਜਾਣਾ ਇੱਕ ਤਿਉਹਾਰ ਵਾਂਗੂ ਹੁੰਦਾ ਸੀ। ਅਸੀਂ ਬੜੇ ਉਤਸ਼ਾਹ ਨਾਲ ਇਸ ਪ੍ਰੋਗਰਾਮ ਦੀ ਬਾਕਾਇਦਾ ਤਿਆਰੀ ਕਰਦੇ ਸੀ। ਸ਼ਾਮ ਦਾ ਖਾਣਾ ਜਲਦੀ ਬਣਾ ਲੈਂਦੇ ਸੀ। 2 ਸ਼ਿਫਟਾਂ ਵਿੱਚ ਜਾਣ ਲਈ 2 ਟੋਲੀਆਂ ਬਣਾਈਆਂ ਜਾਂਦੀਆਂ ਸਨ। ਪਹਿਲੇ ਗਰੁੱਪ ਵਿੱਚ ਸਾਰੇ ਬੱਚੇ ਅਤੇ ਘਰ ਦੀਆਂ ਬਜ਼ੁਰਗ ਔਰਤਾਂ ਜਿਵੇਂ ਦਾਦੀ ਜਾਂ ਭੂਆ ਦਾਦੀ ਹੁੰਦੀਆਂ ਅਤੇ ਦੂਜੇ ਗਰੁੱਪ ਵਿੱਚ ਭੂਆ, ਮਾਂ ਅਤੇ ਚਾਚੀ ਆਦਿ। ਉਸ ਦਿਨ ਇਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਨਹੀਂ ਬਣਾਇਆ ਜਾ ਰਿਹਾ ਸੀ। ਜਦੋਂ ਅਸੀਂ ਦੁਪਹਿਰ ਦਾ ਖਾਣਾ ਖਾ ਕੇ ਪੁਰਾਣੇ ਪਲੰਘ ਉੱਤੇ ਪਏ ਹੋਏ ਸੀ ਤਾਂ ਅਸੀਂ ਦੇਖਿਆ ਕਿ ਮਾਂ, ਚਾਚੀ ਅਤੇ ਭੂਆ ਨਾਲ ਵਾਲੇ ਕਮਰੇ ਵਿੱਚ ਸਿਲਾਈ ਕਢਾਈ ਦਾ ਸਮਾਨ ਲੈ ਕੇ ਬੈਠਣ ਲੱਗੀਆਂ ਸਨ। ਹੁਣ ਇਹ ਗੱਲ ਤਾਂ ਪੱਕੀ ਹੀ ਸੀ ਕਿ ਅਸੀਂ ਸਿਨੇਮਾ ਦੇਖਣ ਨਹੀਂ ਜਾ ਰਹੇ। ਅੱਜ ਤਾਂ ਕੋਈ ਹੋਰ ਹੀ ਗੱਲ ਸੀ। ਮੇਰੇ ਕੰਨ ਖੜੇ ਹੋ ਗਏ। ਮੈਨੂੰ ਬਚਪਨ ਤੋਂ ਹੀ ਕੀ, ਕਿਉਂ ਵਰਗੇ ਸਵਾਲ ਕਰਨ ਦੀ ਆਦਤ ਸੀ। ਇਸ ਆਦਤ ਕਰਕੇ ਬਹੁਤ ਝਿੜਕਾਂ ਅਤੇ ਕੁੱਟ ਖਾਧੀ। ਜਦੋਂ ਵੱਡੀ ਹੋਈ ਤਾਂ ਮੇਰੀ ਇਹ ਆਦਤ ਕਾਰਨ ਮੇਰੇ ਆਲੇ ਦੁਆਲੇ ਵਿਰੋਧੀਆਂ ਦਾ ਇੱਕ ਹਜੂਮ ਇਕੱਠਾ ਹੋ ਗਿਆ। ਇਹੋ ਜਿਹੇ ਸਵਾਲਾਂ ਨਾਲ ਮੈਨੂੰ ਨੀਂਦ ਕਿੱਥੇ ਆਉਣੀ ਸੀ। ਉਂਝ ਵੀ ਇਹ ਘਰ ਦਾ ਔਰਤਾਂ ਵਾਲਾ ਪਾਸਾ ਹੋਣ ਕਰਕੇ ਉਹਨਾਂ ਨੇ ਥੋੜ੍ਹੀ ਉੱਚੀ ਆਵਾਜ਼ ਵਿੱਚ ਗੱਲ ਕਰਨੀ ਸ਼ੁਰੂ ਕਰ ਦਿੱਤੀ। ਭੂਆ ਆਖਣ ਲੱਗੀ, ਮੈਂ ਅੱਜ ਤੱਕ ਕਿਸੇ ਨੱਚਣ ਵਾਲੀ ਨੂੰ ਨਹੀਂ ਵੇਖਿਆ, ਅੱਜ ਪਹਿਲੀ ਵਾਰ ਵੇਖਾਂਗੀ। ਚਾਚੀ ਬੋਲੀ, ਮੈਂ ਵੀ ਇੱਕ ਵਾਰ ਆਪਣੇ ਪੇਕਿਆਂ ਤੇ ਕਿਸੇ ਵਿਆਹ ਵਿੱਚ ਥੋੜ੍ਹੀ ਜਿਹੀ ਝਲਕ ਹੀ ਦੇਖੀ ਸੀ। ਵੀਰੇ ਨੇ ਮੈਨੂੰ ਉੱਥੇ ਖੜੀ ਹੀ ਨਹੀਂ ਹੋਣ ਦਿੱਤਾ ਸੀ, ਭਜਾ ਦਿੱਤਾ ਸੀ। ਮੇਰੀ ਮਾਂ ਤਾਂ ਬੰਗਾਲ ਦੀ ਸੀ ਅਤੇ ਰਵਿੰਦਰ ਸੰਗੀਤ ਸਿੱਖ ਕੇ ਆਈ ਸੀ, ਇਸ ਲਈ ਉਸਦੇ ਨੱਚਣ ਵਾਲੀ ਦੇਖੀ ਹੋਣ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਉਹ ਵਿਚਾਰੀ ਤਾਂ ਉਂਝ ਵੀ ਜ਼ਿਆਦਾਤਰ ਚੁੱਪ ਰਹਿੰਦੀ ਸੀ। ਅੱਛਾ, ਤਾਂ ਇਹ ਸੀ ਸਾਰਾ ਮਾਮਲਾ। ਇਹ ਮੇਰੇ ਲਈ ਵੀ ਬਿਲਕੁਲ ਨਵੀਂ ਗੱਲ ਸੀ। ਨੱਚਣ ਵਾਲੀ ਸ਼ਬਦ ਵਾਰ-ਵਾਰ ਮੇਰੇ ਕੰਨਾਂ ਵਿੱਚ ਵੱਜ ਰਿਹਾ ਸੀ। ਮੇਰੇ ਦਿਮਾਗ ਵਿੱਚ ਇੱਕ ਚਿੱਤਰ ਵੀ ਬਣਨਾ ਸ਼ੁਰੂ ਹੋ ਗਿਆ ਸੀ। ਫਿਲਮਾਂ ਨੇ ਨੱਚਣ ਵਾਲੀ ਸ਼ਬਦ ਦਾ ਜਿਹੋ ਜਿਹਾ ਅਰਥ ਸਮਝਾਇਆ ਸੀ, ਮੈਂ ਉਸੇ ਦੀ ਉਧੇੜ-ਬੁਣ ਕਰਦੀ ਸੌਂ ਗਈ। ਸ਼ਾਮ ਨੂੰ ਦਾਦੀ ਦੀ ਉੱਚੀ ਆਵਾਜ਼ ਨਾਲ ਮੇਰੀ ਨੀਂਦ ਟੁੱਟੀ। ਉਹ ਆਖ ਰਹੀ ਸੀ, ਬੈਠਕ ਦੇਣ ਤੋਂ ਪਹਿਲਾਂ ਸੋਚਣਾ ਸੀ। ਹੁਣ ਇਹ ਵੀ ਦਿਨ ਆ ਗਏ ਕਿ ਵਿਹੜੇ ਵਿੱਚ ਦਾਦੀ ਪਿਤਾ ਜੀ ਨਾਲ ਲੜ ਰਹੀ ਸੀ। ਦਰਅਸਲ ਸਾਡੇ ਘਰ ਦੇ 2 ਹਿੱਸੇ ਸੀ। ਇੱਕ ਵਿੱਚ ਅਸੀਂ ਰਹਿੰਦੇ ਸੀ ਅਤੇ ਦੂਜਾ ਮਹਿਮਾਨ ਘਰ ਸੀ ਜੋ ਕਿ ਆਧੁਨਿਕ ਢੰਗ ਨਾਲ ਬਣਿਆ ਅਤੇ ਬਹੁਤ ਸਜਿਆ ਹੋਇਆ ਸੀ। ਇਸ ਦੂਜੇ ਹਿੱਸੇ ਵਿੱਚ ਬਹੁਤ ਵੱਡਾ ਲੌਨ ਸੀ।
ਇਹ ਲੌਨ ਪੂਰੇ ਮੁਹੱਲੇ ਲਈ ਪਾਰਟੀ ਹਾਲ ਦਾ ਕੰਮ ਕਰਦਾ ਸੀ। ਮੰਗਣੇ, ਵਿਆਹ, ਭੋਗ ਆਦਿ ਵਰਗੇ ਕਈ ਪ੍ਰੋਗਰਾਮ ਉੱਥੇ ਹੀ ਹੁੰਦੇ। ਇਹ ਮੁਹੱਲੇ ਦੀ ਆਪਸੀ ਸਮਝ ਅਤੇ ਰਿਸ਼ਤਿਆਂ ਦਾ ਪ੍ਰਤੀਕ ਸੀ। ਘਰ ਦੇ ਰੌਲੇ ਰੱਪੇ ਤੋਂ ਬਚ ਕੇ ਮੈਂ ਅਕਸਰ ਛੱਤ ਉੱਤੇ ਜਾਂ ਘਰ ਦੇ ਪਿਛਵਾੜੇ ਵੱਲ ਭੱਜ ਜਾਂਦੀ ਸੀ। ਸਾਡੇ ਘਰ ਦੇ ਪਿਛਵਾੜੇ ਵੀ ਇੱਕ ਪੂਰੀ ਦੁਨੀਆ ਵਸਦੀ ਸੀ। ਇਹ ਦਿਲਚਸਪ ਜਾਣਕਾਰੀਆਂ ਦੀ ਦੁਨੀਆ ਸੀ। ਕੁਮਾਰ, ਭੂਲਨ ਦਾਦੀ ਅਤੇ ਖਾਣਾ ਬਣਾਉਣ ਵਾਲਾ ਅਯੋਧਿਆ ਮਹਾਰਾਜ। ਘਰ ਦੇ ਪਿਛਵਾੜੇ ਇੱਕ ਖੂਹ ਸੀ, ਇੱਕ ਚੁੱਲ੍ਹਾ ਬਲਦਾ ਸੀ। ਉੱਥੇ ਬਰਤਨ ਸਾਫ਼ ਹੁੰਦੇ, ਇੱਕ ਅਨਾਜ ਦਾ ਭੰਡਾਰ ਸੀ ਅਤੇ ਮਿੱਟੀ ਦੇ ਵੱਡੇ ਵੱਡੇ ਕੂੰਡੇ ਸਨ। ਸਭ ਤੋਂ ਵੱਡੀ ਗੱਲ ਇਹ ਸੀ ਕਿ ਉੱਥੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਦਾ ਖਜ਼ਾਨਾ ਸੀ ਤੇ ਮੈਂ ਜਿਵੇਂ ਐਲਿਸ ਇਨ ਵੰਡਰਲੈਂਡ ਉਸ ਦਿਨ ਉੱਥੇ ਵੀ ਗੱਲਬਾਤ ਦਾ ਉਹੀ ਮੁੱਦਾ ਸੀ। ਮੈਂ ਛੋਟੀ ਕੁਰਸੀ ਉੱਤੇ ਬੈਠ ਕੇ ਦੁੱਧ ਪੀਂਦਿਆਂ ਸਭ ਦੀਆਂ ਗੱਲਾਂ ਧਿਆਨ ਨਾਲ ਸੁਣ ਰਹੀ ਸਾਂ ਅਤੇ ਸਵਾਲ ਪੁੱਛ ਰਹੀ ਸਾਂ। ਇਸ ਟੀਮ ਵਿੱਚੋਂ ਪੰਡਿਤ ਜੀ ਸਭ ਤੋਂ ਜ਼ਿਆਦਾ ਗੁੱਸੇ ਵਿੱਚ ਸਨ। ਉਹ ਆਖ ਰਹੇ ਸੀ, ਹੁਣ ਠਾਕਰਾਂ ਦੀਆਂ ਬਰਾਤਾਂ ਠਹਿਰਾਉਣਗੇ ਤਾਂ ਕੰਜਰੀਆਂ ਦਾ ਨਾਚ ਨਹੀਂ ਹੋਵੇਗਾ। ਮੇਰੇ ਛੋਟੇ ਜਿਹੇ ਦਿਮਾਗ ਨੇ ਕੰਜਰੀਆਂ ਸ਼ਬਦ ਯਾਦ ਕਰ ਲਿਆ ਅਤੇ ਪੰਡਿਤ ਜੀ ਦੇ ਚਿਹਰੇ ਉੱਤੇ ਪੈਦਾ ਹੋਏ ਘ੍ਰਿਣਾ ਦੇ ਭਾਵਾਂ ਤੋਂ ਅੰਦਾਜ਼ਾ ਲਾਇਆ ਕਿ ਇਹ ਕੋਈ ਬਹੁਤ ਗੰਦੀ ਚੀਜ਼ ਹੋਵੇਗੀ। ਪੰਡਿਤ ਜੀ ਬ੍ਰਾਹਮਣ ਸਨ। ਉਹਨਾਂ ਨੂੰ ਆਪਣੇ ਸ਼ਾਕਾਹਾਰੀ ਹੋਣ ਉੱਤੇ ਬੜਾ ਮਾਣ ਸੀ। ਘਰ ਵਿੱਚ ਜਦੋਂ ਵੀ ਮੀਟ ਬਣਦਾ ਤਾਂ ਕੁਮਾਰ ਅਤੇ ਭੂਲਨ ਦਾਦੀ ਹੀ ਬਣਾਉਂਦੇ ਅਤੇ ਇਹ ਅਲੱਗ ਚੁੱਲ੍ਹੇ ਉੱਤੇ ਅਲੱਗ ਬਰਤਨ ਵਿੱਚ ਬਣਦਾ। ਪੰਡਿਤ ਜੀ ਬੁੜਬੁੜ ਕਰਦੇ ਉਹਨਾਂ ਵੱਲ ਦੂਰੋਂ ਮਸਾਲੇ ਸੁੱਟਦੇ। ਕੁਮਾਰ ਨੇ ਸਾਨੂੰ ਬੱਚਿਆਂ ਨੂੰ ਦੱਸਿਆ ਸੀ ਕਿ ਪੰਡਿਤ ਜੀ ਕਿਸ ਗੱਲ ਤੋਂ ਖਿਝਦੇ ਹਨ। ਜਦੋਂ ਵੀ ਅਸੀਂ ਉਹਨਾਂ ਨੂੰ ਖਿਝਾਉਣਾ ਹੁੰਦਾ ਤਾਂ ਆਖਦੇ, ਪੰਡਿਤ ਜੀ ਅਸੀਂ ਆਂਡਾ ਖਾ ਕੇ ਆਏ ਹਾਂ, ਤੁਹਾਨੂੰ ਹੱਥ ਲਾ ਲਈਏ। ਪੰਡਿਤ ਜੀ ਉਦੋਂ ਹੀ ਨਫ਼ਰਤ ਨਾਲ ਛਾਲ ਮਾਰਦੇ ਅਤੇ ਬੁੜਬੁੜ ਕਰਨ ਲੱਗਦੇ। ਪਰ ਉਸ ਦਿਨ ਨੱਚਣ ਵਾਲੀ ਦੇ ਜ਼ਿਕਰ ਉੱਤੇ ਉਹਨਾਂ ਦੇ ਚਿਹਰੇ ਉੱਤੇ ਉਸ ਤੋਂ ਵੀ ਕਿਤੇ ਵੱਧ ਨਫ਼ਰਤ ਦੇ ਭਾਵ ਸਾਫ਼-ਸਾਫ਼ ਦਿਖ ਰਹੇ ਸਨ। ਮੈਨੂੰ ਬਹੁਤ ਵੱਡੀ ਹੋਣ ਉੱਤੇ ਪਤਾ ਲੱਗਿਆ ਕਿ ਪੰਡਿਤ ਜੀ ਨੇ 2 ਵਿਆਹ ਕੀਤੇ ਹਨ। ਉਹਨਾਂ ਦੀ ਦੂਜੀ ਪਤਨੀ ਕਿਸੇ ਗਰੀਬ ਘਰ ਦੀ ਹੈ ਅਤੇ ਪੰਡਿਤ ਜੀ ਨਾਲੋਂ ਉਮਰ ਵਿੱਚ ਅੱਧੀ ਹੈ। ਇਹ ਵੀ ਪਤਾ ਲੱਗਿਆ ਕਿ ਦੁਪਹਿਰ ਦੇ ਖਾਣੇ ਤੋਂ ਵਿਹਲੇ ਹੋ ਕੇ ਪੰਡਿਤ ਜੀ ਸਾਹਮਣੇ ਘਰ ਵਿੱਚ ਕਿਰਾਏ ਉੱਤੇ ਰਹਿਣ ਵਾਲੀ ਔਰਤ ਦੇ ਕੋਲ ਜਾਂਦੇ ਹਨ। ਘਰ ਦੀਆਂ ਔਰਤਾਂ ਦਾ ਇਹ ਮੰਨਣਾ ਸੀ ਕਿ ਪੰਡਿਤ ਜੀ ਚੋਰੀ ਛੁਪੇ ਉਸ ਔਰਤ ਨੂੰ ਫਲ ਆਦਿ ਵੀ ਭੇਜਦੇ ਹਨ। ਪੰਡਿਤ ਜੀ ਦਾ ਅਹੁਦਾ ਘਰ ਵਿੱਚ ਕੰਮ ਕਰਨ ਵਾਲੇ ਸਾਰੇ ਨੌਕਰਾਂ ਨਾਲੋਂ ਉੱਚਾ ਸੀ। ਦਰਅਸਲ ਉਹ ਨੌਕਰ ਨਹੀਂ ਸੀ। ਜੇਕਰ ਕਿਸੇ ਦਿਨ ਭਾਂਡੇ ਮਾਂਜਣ ਵਾਲੀ ਨਾ ਆਉਂਦੀ ਤਾਂ ਘਰ ਦੀਆਂ ਔਰਤਾਂ ਭਾਂਡੇ ਮਾਂਜਦੀਆਂ, ਪਰ ਪੰਡਿਤ ਜੀ ਜੂਠੇ ਭਾਂਡਿਆਂ ਨੂੰ ਹੱਥ ਵੀ ਨਹੀਂ ਲਾਉਂਦੇ ਸੀ ਅਤੇ ਨਾ ਹੀ ਉਹ ਮੇਜ਼ ਤੋਂ ਜੂਠੇ ਭਾਂਡੇ ਚੁੱਕਦੇ ਸੀ। ਪੰਡਿਤ ਜੀ ਹਜੇ ਵੀ ਬੁੜਬੁੜਾ ਰਹੇ ਸਨ। ਵੱਡੇ ਵੀਰ ਬੈਠਕ ਦੇਣ ਤੋਂ ਪਹਿਲਾਂ ਪੁੱਛ ਹੀ ਲੈਂਦਾ। ਵੱਡੇ ਮਾਲਕ ਬਿਮਾਰ ਕੀ ਹੋਏ, ਘਰ ਦੀ ਹਵਾ ਹੀ ਬਦਲ ਗਈ। ਅੱਜ ਦੀ ਰਾਤ ਤਾਂ ਹਰਾਮ ਹੋਈ। ਮਹਿਮਾਨ ਖਾਨੇ ਵਿੱਚ ਹੀ ਇੱਕ ਪਾਸੇ ਸਰਵੈਂਟ ਕੁਆਰਟਰ ਵਰਗੀ ਥਾਂ ਸੀ ਜਿੱਥੇ ਸਾਰੇ ਘਰੇਲੂ ਕਰਮਚਾਰੀ ਸੌਂਦੇ ਸੀ। ਇਹ ਤਾਂ ਜ਼ਾਹਰ ਹੀ ਸੀ ਕਿ ਉਹ ਅੱਜ ਦੀ ਰਾਤ ਸੌਂ ਨਹੀਂ ਸਕਣਗੇ। ਮੇਰੇ ਕੋਲ ਕਾਫੀ ਸੂਚਨਾਵਾਂ ਇਕੱਠੀਆਂ ਹੋ ਚੁੱਕੀਆਂ ਸਨ। ਇਸੇ ਲਈ ਮੈਂ ਆਪਣੀ ਦੂਜੀ ਸ਼ਰਨਗਾਹ ਅਰਥਾਤ ਛੱਤ ਵੱਲ ਤੁਰ ਪਈ। ਮੇਰੇ ਘਰ ਵਿੱਚ ਵੀ ਦੂਜੇ ਘਰਾਂ ਵਾਂਗੂ ਹੀ 2 ਵਰਗ ਸੀ। ਇੱਕ ਤਾਂ ਸੱਤਾਧਾਰੀ ਵਰਗ ਜੋ ਸਾਰੇ ਫੈਸਲੇ ਕਰਦਾ ਸੀ ਅਤੇ ਉਹਨਾਂ ਨੂੰ ਦੂਜਿਆਂ ਤੇ ਲਾਗੂ ਕਰਨ ਲਈ ਸਖਤ ਨਜ਼ਰ ਰੱਖਦਾ ਸੀ। ਦੂਜੇ ਵਰਗ ਵਿੱਚ ਘਰ ਦੀਆਂ ਔਰਤਾਂ, ਬੱਚੇ ਅਤੇ ਨੌਕਰ ਸਨ ਜੋ ਨਿਯਮਾਂ ਨੂੰ ਮੰਨਣ ਲਈ ਬਾਂਧਕ ਸਨ। ਇਸ ਦਾ ਇੱਕੋ ਇੱਕ ਅਪਵਾਦ ਮੇਰੀ ਦਾਦੀ ਦਾ ਸੱਤਾਧਾਰੀ ਵਰਗ ਵਿੱਚ ਹੋਣਾ ਸੀ। ਬੇਸ਼ੱਕ ਹੁਣ ਮੈਨੂੰ ਸਮਝ ਆਉਂਦਾ ਹੈ ਕਿ ਉਹ ਮਹਿਜ ਸੱਤਾਧਾਰੀ ਧਿਰ ਦੀ ਨੁਮਾਇੰਦਗੀ ਹੀ ਕਰਦੀ ਸੀ, ਜਿਵੇਂ ਕਿ ਦਲਾਲ। ਅਸਲ ਵਿੱਚ ਉਹ ਦੂਜੇ ਵਰਗ ਨਾਲੋਂ ਵੀ ਜ਼ਿਆਦਾ ਗੁਲਾਮ ਸੀ। ਬਸ ਉਸਨੇ ਕੁਲੀਨਤਾ ਦਾ ਗਲਾਫ ਪਹਿਨਿਆ ਹੋਇਆ ਸੀ। ਮੇਰੇ ਉੱਥੋਂ ਉੱਠਦਿਆਂ ਮੇਰੇ ਕੰਨਾਂ ਵਿੱਚ ਭੂਲਨ ਦਾਦੀ ਦੀ ਆਵਾਜ਼ ਪਈ, ਹੁਣ ਮਹਾਰਾਜ, ਵੱਡੇ ਲੋਕਾਂ ਦੀਆਂ ਵੱਡੀਆਂ ਗੱਲਾਂ, ਭਲਾ ਆਪਾਂ ਕੀ ਕਰ ਸਕਦੇ ਹਾਂ।
ਭੂਲਨ ਦਾਦੀ ਦੇ ਨਾਮ ਦੀ ਵੀ ਇੱਕ ਕਹਾਣੀ ਸੀ। ਉਸ ਦਾ ਵੀ ਇੱਕ ਵਧੀਆ ਨਾਮ ਤਾਂ ਸੀ, ਜਿਵੇਂ ਰਾਮ ਰਤੀ ਆਦਿ, ਪਰ ਉਸ ਨੂੰ ਭੁੱਲਣ ਦੀ ਆਦਤ ਸੀ ਅਤੇ ਅਕਸਰ ਆਖਦੀ ਸੀ ਕਿ ਭੁੱਲ ਗਈ। ਇਸ ਲਈ ਸਾਡੇ ਘਰ ਨੇ ਉਸ ਦਾ ਇੱਕ ਨਾਮਕਰਨ ਕੀਤਾ, ਭੁੱਲਣਾ। ਅਕਸਰ ਉਸ ਨੂੰ ਛੇੜਨ ਲਈ ਅਸੀਂ ਇੱਕ ਤੁਕਾਂਤ ਮਿਲਾਉਂਦੇ, ਭੁੱਲਣ ਭੁੱਲਣ ਦੁਹਿੱਲਣ ਹੋ। ਉਹ ਵਿਚਾਰੀ ਭੁੱਲਣ ਦਾਦੀ ਸਾਨੂੰ ਵੱਡੇ ਘਰ ਦੇ ਜਵਾਕਾਂ ਨੂੰ ਕੀ ਆਖਦੀ, ਬਸ ਹੱਸ ਛੱਡਦੀ ਸੀ। ਹੁਣ ਜਦੋਂ ਯਾਦ ਕਰਦੀ ਹਾਂ ਤਾਂ ਸ਼ਰਮ ਆਉਂਦੀ ਹੈ। ਸੋਚਦੀ ਹਾਂ ਕਿ ਕਿਵੇਂ ਜਮਾਤ ਦਾ ਚਰਿੱਤਰ ਕੋਮਲ ਬੱਚਿਆਂ ਨੂੰ ਸੰਵੇਦਨਸ਼ੀਲ ਹੋਣ ਦੀ ਥਾਂ ਜ਼ਾਲਮ ਬਣਾ ਦਿੰਦਾ ਹੈ। ਦੂਜਿਆਂ ਦੇ ਹੰਝੂਆਂ ਨਾਲ ਹਾਸੇ ਦੀ ਲੈ ਮੇਲਣ ਦੀ ਪ੍ਰੈਕਟਿਸ ਕਰਵਾਉਂਦਾ ਹੈ। ਮੈਂ ਆਪਣੀਆਂ ਕਹਾਣੀਆਂ ਦੀ ਕਿਤਾਬ ਨਾਲ ਛੱਤ ਉੱਤੇ ਆਪਣੇ ਸੁਰੱਖਿਅਤ ਖੂੰਜੇ ਵਿੱਚ ਬੈਠੀ ਸੀ। ਇਹ ਖੂੰਜਾ ਮੇਰੀ ਸੁਪਨਗਾਹ ਸੀ। ਅੱਜ ਦਾ ਸਾਰਾ ਦਿਨ ਹਲਚਲ ਵਿੱਚ ਬੀਤਿਆ ਹੋਣ ਕਾਰਨ ਮੇਰਾ ਨਾਜ਼ੁਕ ਦਿਮਾਗ ਚੱਕਿਆ ਗਿਆ ਸੀ। ਮੈਨੂੰ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਜੇਕਰ ਨੱਚਣ ਵਾਲੀ ਮਾੜੀ ਹੁੰਦੀ ਹੈ ਤਾਂ ਉਸ ਨੂੰ ਬੁਲਾਇਆ ਕਿਉਂ ਜਾ ਰਿਹਾ ਹੈ। ਉਸ ਨੂੰ ਵੱਡੇ ਲੋਕਾਂ ਨੇ ਬੁਲਾਇਆ ਸੀ। ਸਾਨੂੰ ਇਹ ਵੀ ਸਮਝਾਇਆ ਗਿਆ ਸੀ ਕਿ ਵੱਡੇ ਜੋ ਕਰਦੇ ਹਨ ਉਹ ਠੀਕ ਹੁੰਦਾ ਹੈ। ਮੇਰੇ ਬੇਸਮਝ ਦਿਮਾਗ ਨੇ ਇੱਕ ਫਾਰਮੂਲਾ ਤਿਆਰ ਕੀਤਾ ਕਿ ਜਿਹੜੇ ਵੱਡਿਆਂ ਨੇ ਅੱਜ ਨੱਚਣ ਵਾਲੀ ਨੂੰ ਬੁਲਾਇਆ ਹੈ ਉਹ ਮਾੜੇ ਲੋਕ ਹਨ। ਇਸ ਲਈ ਸਾਰੇ ਹੀ ਵੱਡੇ ਚੰਗੇ ਨਹੀਂ ਹੁੰਦੇ। ਸਾਨੂੰ ਇਸੇ ਲਈ ਦਾਦੀ ਨਾਲ ਫਿਲਮ ਦੇਖਣ ਭੇਜਿਆ ਜਾਂਦਾ ਸੀ, ਕਿਉਂਕਿ ਅਸੀਂ ਫਿਲਮ ਦੇਖਦਿਆਂ ਬਹੁਤ ਸਾਰੇ ਸਵਾਲ ਕਰਦੇ ਸੀ। ਸਿਰਫ ਦਾਦੀ ਹੀ ਆਪਣੀ ਫਿਲਮ ਦਾ ਸਵਾਦ ਖਰਾਬ ਕਰਕੇ ਸਾਨੂੰ ਬਰਦਾਸ਼ਤ ਕਰ ਸਕਦੀ ਸੀ। ਇੱਕ ਵਾਰ ਮੈਂ ਉਸ ਨੂੰ ਪੁੱਛਿਆ ਸੀ ਕਿ ਇਹ ਕੁੜੀ ਇਹੋ ਜਿਹੇ ਕੱਪੜੇ ਪਾ ਕੇ ਕਿਉਂ ਨੱਚ ਰਹੀ ਹੈ। ਉਸਨੇ ਕਿਹਾ ਸੀ ਕਿ ਇਹ ਗੰਦੀ ਕੁੜੀ ਹੈ ਅਤੇ ਕਿਸੇ ਨੂੰ ਇਹੋ ਜਿਹੀ ਕੁੜੀ ਨਹੀਂ ਬਣਨਾ ਚਾਹੀਦਾ। ਅਜਿਹੀਆਂ ਕੁੜੀਆਂ ਦੂਜਿਆਂ ਦਾ ਘਰ ਬਰਬਾਦ ਕਰ ਦਿੰਦੀਆਂ ਹਨ। ਅੱਜ ਸੋਚਦੀ ਹਾਂ, ਜੇਕਰ ਦਾਦੀ ਨੇ ਕਿਹਾ ਹੁੰਦਾ ਕਿ ਇਹ ਮਜਬੂਰ ਹੈ, ਨਾ ਚਾਹੁੰਦਿਆਂ ਵੀ ਇਸ ਨੂੰ ਇਹੋ ਜਿਹੀ ਬਣਨਾ ਪੈਂਦਾ ਹੈ, ਫਿਰ ਕੀ ਹੁੰਦਾ? ਕੀ ਇੱਕ ਜਵਾਬ ਬੱਚਿਆਂ ਦੇ ਮਨ ਨੂੰ ਸਿਰਜਦਾ ਹੈ? ਅੱਜ ਮੇਰੀ ਦਾਦੀ ਨੂੰ ਕੁਝ ਪੁੱਛਣ ਦੀ ਹਿੰਮਤ ਨਹੀਂ ਹੋ ਰਹੀ ਸੀ। ਮੈਂ ਬਸ ਆਪਣੀ ਸੁਪਨਗਾਹ ਵਿੱਚ ਬੈਠੀ ਘਰ ਵਿੱਚ ਹੋਈਆਂ ਨਵੀਆਂ ਪੁਰਾਣੀਆਂ ਗੱਲਾਂ ਦਾ ਜੋੜ ਤੋੜ ਕਰ ਰਹੀ ਸੀ। ਮੈਨੂੰ ਘਰ ਦੇ ਬਦਤਮੀਜ਼ ਬੱਚਿਆਂ ਵਿੱਚੋਂ ਸਮਝਿਆ ਜਾਂਦਾ ਸੀ ਅਤੇ ਮੈਂ ਇਸ ਨੂੰ ਤਮਗੇ ਵਾਂਗੂ ਵਰਤਦਿਆਂ ਘਰ ਦੇ ਮੁੰਡਿਆਂ ਨਾਲ ਮਿਲ ਕੇ ਰੌਲਾ ਪਾਉਂਦੀ, ਇਕੱਲੀ ਛੱਤ ਉੱਤੇ ਬੈਠਦੀ, ਡੂੰਘੀ ਰਾਤ ਤੱਕ ਕਿਤਾਬ ਪੜ੍ਹਦੀ ਜਾਂ ਵੱਡਿਆਂ ਦੀਆਂ ਗੱਲਾਂ ਸੁਣਦੀ। ਇਹੀ ਸੁਣੀਆਂ ਹੋਈਆਂ ਗੱਲਾਂ ਅੱਜ ਮੇਰੇ ਕੰਮ ਆ ਰਹੀਆਂ ਸਨ। ਪਿਤਾ ਜੀ ਅਤੇ ਚਾਚਾ ਅਕਸਰ ਸ਼ਹਿਰ ਬਾਰੇ ਗੱਲਾਂ ਕਰਦੇ। ਸਾਡੇ ਕਸਬੇ ਵਰਗੇ ਸ਼ਹਿਰ ਦਾ ਸੁਭਾਅ ਥੋੜ੍ਹਾ ਖਾੜਕੂ ਸੀ। ਇੱਥੇ ਇੱਕ ਖਾਸ ਜਾਤੀ ਬਾਬੂ ਸਾਹਿਬ ਅਰਥਾਤ ਰਾਜਪੂਤ ਅਰਥਾਤ ਠਾਕਰਾਂ ਦਾ ਬੋਲਬਾਲਾ ਸੀ। ਉਹ ਕਿਸੇ ਵੀ ਸੜਕ ਚੱਲਦੇ ਨੂੰ ਗੋਲੀ ਮਾਰ ਦਿੰਦੇ, ਕੁੜੀਆਂ ਨੂੰ ਛੇੜਦੇ ਅਤੇ ਗਰੀਬਾਂ ਮਜ਼ਲੂਮਾਂ ਦੀਆਂ ਕੁੜੀਆਂ ਚੱਕ ਲੈਂਦੇ। ਅੱਜ ਵੀ ਇਹੋ ਜਿਹੇ ਕਿਸੇ ਬਾਬੂ ਸਾਹਿਬ ਦੀ ਬਰਾਤ ਆਉਣੀ ਸੀ ਅਤੇ ਕੀ ਪਤਾ ਪਿਤਾ ਜੀ ਨੇ ਵੀ ਕਿਸੇ ਦਬਾਅ ਵਿੱਚ ਹੀ ਆਪਣਾ ਮਹਿਮਾਨ ਘਰ ਉਹਨਾਂ ਨੂੰ ਦਿੱਤਾ ਹੋਵੇ। ਇਹ ਸਾਰੀ ਉਧੇੜ ਬੁਣ ਇੱਕ ਬੱਚੀ ਦੇ ਮਨ ਵਿੱਚ ਚੱਲ ਰਹੀ ਸੀ। ਮੈਨੂੰ ਨਿੱਕੀ ਹੁੰਦੀ ਤੋਂ ਹੀ ਚੀਜ਼ਾਂ, ਦ੍ਰਿਸ਼ ਅਤੇ ਨਾਮ ਕਿਸੇ ਤਰਤੀਬ ਵਿੱਚ ਯਾਦ ਨਹੀਂ ਰਹਿੰਦੇ। ਸਿਰਫ ਉਹਨਾਂ ਦਾ ਪ੍ਰਭਾਵ ਪੂਰੇ ਜੀਵਨ ਉੱਤੇ ਛਾਇਆ ਰਹਿੰਦਾ ਹੈ। ਅਸੀਂ ਜਦੋਂ ਛੋਟੇ ਸੀ ਤਾਂ ਫੁੱਲ ਅਤੇ ਪੱਤੀਆਂ ਕਿਤਾਬਾਂ ਵਿੱਚ ਰੱਖ ਕੇ ਸੁਕਾਉਂਦੇ, ਫਿਰ ਉਹਨਾਂ ਨੂੰ ਕਾਗਜ਼ ਉੱਤੇ ਚਿਪਕਾ ਕੇ ਕਾਰਡ, ਕਾਪੀ ਦੀ ਜਿਲਦ ਜਾਂ ਕੈਲੰਡਰ ਬਣਾਉਂਦੇ। ਕੁਝ ਸਮੇਂ ਬਾਅਦ ਉਹ ਬਣਾਈਆਂ ਚੀਜ਼ਾਂ ਖਰਾਬ ਹੋ ਜਾਂਦੀਆਂ। ਉਹ ਫੁੱਲ ਅਤੇ ਪੱਤੇ ਮਾੜਾ ਜਿਹਾ ਹੱਥ ਲੱਗਣ ਨਾਲ ਹੀ ਭੁਰ ਜਾਂਦੇ। ਪਰ ਅੱਜ ਵੀ ਬਚਪਨ ਦੀ ਕੋਈ ਕਾਪੀ ਥਿਆ ਜਾਵੇ ਤਾਂ ਉਹਨਾਂ ਸੁਕਾਏ ਫੁੱਲਾਂ ਅਤੇ ਪੱਤੀਆਂ ਦੇ ਪਰਛਾਵੇਂ ਮਿਲ ਜਾਂਦੇ ਹਨ। ਸਟਿਲ ਫੋਟੋਗ੍ਰਾਫੀ ਵਾਂਗੂ ਮੇਰਾ ਸਾਰਾ ਜੀਵਨ ਅਨੇਕਾਂ ਘਟਨਾਵਾਂ ਦੇ ਪਥਰਾਟਾਂ ਨਾਲ ਭਰਿਆ ਪਿਆ ਹੈ। ਘਰ ਵਿੱਚ ਇਸ ਤਰ੍ਹਾਂ ਦੀ ਖਲਬਲੀ ਮੱਚੀ ਹੋਈ ਸੀ ਜਿਵੇਂ ਚੌਲਾਂ ਦੇ ਪਤੀਲੇ ਵਿੱਚ ਪਾਣੀ ਉਬਲਣ ਦੀ ਆਵਾਜ਼ ਆਉਂਦੀ ਹੈ। ਔਰਤਾਂ ਵਾਲੇ ਹਿੱਸੇ ਵਿੱਚ ਜ਼ਿਆਦਾ ਬੇਚੈਨੀ ਸੀ ਅਤੇ ਮੈਂ ਇੱਧਰ ਉੱਧਰ ਘੁੰਮਦੀ ਹੋਈ ਆਉਣ ਵਾਲੀ ਰਾਤ ਅਤੇ ਉਸ ਵਿੱਚ ਘਟਣ ਵਾਲੀਆਂ ਘਟਨਾਵਾਂ ਦੀਆਂ ਕਾਲਪਨਿਕ ਸੂਚਨਾਵਾਂ ਇਕੱਠੀਆਂ ਕਰਨ ਵਿੱਚ ਲੱਗੀ ਹੋਈ ਸੀ। ਉਦੋਂ ਮੈਨੂੰ ਇਹ ਨਹੀਂ ਸੀ ਪਤਾ ਕਿ ਇਹ ਰਾਤ ਮਰਦਾਂ ਦੀ ਸੱਤਾ ਵਾਲੀ ਦੁਨੀਆ ਵਿੱਚ
ਅੱਖੀਂ ਦੇਖੇ ਜ਼ੁਲਮ ਦਾ ਪਹਿਲਾ ਨਮੂਨਾ ਬਣੇਗੀ। ਇਹ ਰਾਤ ਮੇਰੀਆਂ ਕਈ ਰਾਤਾਂ ਨਾਲ ਚਿਪਕ ਜਾਵੇਗੀ ਅਤੇ ਕਈ ਵਾਰ ਮੇਰੇ ਬੇਵਜ੍ਹਾ ਰੋਣ ਦਾ ਕਾਰਨ ਬਣੇਗੀ। ਇਹ ਗਰਮੀਆਂ ਦੀ ਰਾਤ ਸੀ ਅਤੇ ਅੱਜ ਭੂਆ ਆਪਣੀ ਚਚੇਰੀ ਭੈਣ ਨਾਲ ਅੱਧੀ ਰਾਤ ਤੱਕ ਗੱਲਾਂ ਕਰਨ ਦੇ ਮੂਡ ਵਿੱਚ ਨਹੀਂ ਸੀ। ਸਗੋਂ ਉਹਨਾਂ ਦੇ ਘਰ ਦੀਆਂ ਸਾਰੀਆਂ ਔਰਤਾਂ ਵੀ ਇੱਧਰ ਹੀ ਇਕੱਠੀਆਂ ਹੋ ਰਹੀਆਂ ਸਨ। ਛੱਤ ਕਾਫੀ ਵੱਡੀ ਸੀ ਅਤੇ ਇਸ ਨੂੰ ਸੁਵਿਧਾ ਅਨੁਸਾਰ 2 ਹਿੱਸਿਆਂ ਵਿੱਚ ਵੰਡਿਆ ਗਿਆ ਸੀ। ਇੱਕ ਪਾਸੇ ਬੱਚਾ ਪਾਰਟੀ ਹੁੰਦੀ ਅਤੇ ਦੂਜੇ ਪਾਸੇ ਸ਼ਾਮ ਨੂੰ ਭੂਆ ਦਾ ਲੈਂਪ ਅਤੇ ਕੋਈ ਨਾਵਲ ਸੱਜ ਜਾਂਦਾ। ਸ਼ਾਮ ਨੂੰ ਛੱਤ ਧੋ ਕੇ ਬਿਸਤਰੇ ਵਿਛਾ ਦਿੱਤੇ ਜਾਂਦੇ। ਇਸ ਤਰ੍ਹਾਂ ਦਾ ਹੋਰ ਬਹੁਤ ਕੁਝ ਹੁੰਦਾ। ਅੱਜ ਬੱਚਿਆਂ ਨੂੰ ਛੇਤੀ ਸਵਾਉਣ ਦਾ ਕੰਮ ਚੱਲ ਰਿਹਾ ਸੀ। 9 ਵਜੇ ਤੱਕ ਮੇਰੇ ਇਲਾਵਾ ਸਾਰਿਆਂ ਨੇ ਸੌਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਮੈਨੂੰ ਤਾਂ ਬਦਤਮੀਜ਼ ਹੀ ਸਮਝਿਆ ਜਾਂਦਾ ਸੀ ਅਤੇ ਸਾਰਿਆਂ ਨੂੰ ਲੱਗਦਾ ਸੀ ਕਿ ਭਵਿੱਖ ਵਿੱਚ ਮੇਰੇ ਔਰਤ ਜੀਵਨ ਵਿੱਚ ਕਈ ਸਮੱਸਿਆਵਾਂ ਆਉਣਗੀਆਂ। ਅੱਜ ਤਾਂ ਮੈਨੂੰ ਜ਼ੋਰ-ਜ਼ੋਰ ਦੀ ਝਿੜਕਿਆ ਵੀ ਨਹੀਂ ਜਾ ਸਕਦਾ ਸੀ ਕਿਉਂਕਿ ਅੱਜ ਹਰ ਕੰਮ ਫੁਸਫੁਸਾਹਟ ਵਿੱਚ ਬਦਲਿਆ ਹੋਇਆ ਸੀ। ਅੱਜ ਸਾਰਿਆਂ ਦੇ ਚਰਿੱਤਰ ਵਿੱਚ ਇੱਕ ਨਵਾਂ ਅਧਿਆਇ ਜੁੜ ਜਾਣਾ ਸੀ। ਮਾਂ, ਭੂਆ ਵਰਗੀਆਂ, ਤਾਈ, ਚਾਚੀ ਅਤੇ ਮੈਂ ਛੱਤ ਦੇ ਉਸ ਹਿੱਸੇ ਵਿੱਚ ਸਾਂ ਜਿੱਥੇ ਪੱਥਰ ਦੀ ਬਣੀ ਹੋਈ ਵੱਡੀ ਸਾਰੀ ਪਾਣੀ ਦੀ ਟੈਂਕੀ ਦਾ ਓਹਲਾ ਸੀ। ਉਸ ਥਾਂ ਖੜੇ ਹੋ ਕੇ ਉਹ ਲਾਅਨ ਜਿਸ ਵਿੱਚ ਇਹ ਸਾਰਾ ਪ੍ਰੋਗਰਾਮ ਹੋਣਾ ਸੀ ਸਾਫ਼ ਦਿਖਾਈ ਦਿੰਦਾ ਸੀ। ਕਿਸੇ ਨੂੰ ਪਤਾ ਨਾ ਲੱਗਣ ਦੇ ਡਰੋਂ ਅਸੀਂ ਛੱਤ ਅਤੇ ਪੌੜੀਆਂ ਦੀਆਂ ਸਾਰੀਆਂ ਬੱਤੀਆਂ ਬੁਝਾ ਦਿੱਤੀਆਂ ਸਨ। ਸਾਰੇ ਲਾਅਨ ਵਿੱਚ ਗੱਦਿਆਂ ਉੱਤੇ ਚਿੱਟੀ ਚਾਦਰ ਵਿਛੀ ਹੋਈ ਸੀ ਅਤੇ ਉਸ ਉੱਤੇ ਵੱਡੇ ਵੱਡੇ ਸਿਰਹਾਣੇ ਰੱਖੇ ਹੋਏ ਸੀ। ਇੱਕ ਬੰਦਾ ਇਤਰ ਛਿੜਕ ਰਿਹਾ ਸੀ। ਗੁਲਾਬ ਦੀਆਂ ਪੱਤੀਆਂ ਵੀ ਖਿਲਾਰੀਆਂ ਹੋਈਆਂ ਸਨ। ਬਰਾਤੀ ਬੜੇ ਰੋਹਬ ਨਾਲ ਬੈਠੇ ਸਨ। ਮੈਨੂੰ ਇੱਕ ਗੱਲ ਬਹੁਤ ਚੰਗੀ ਤਰ੍ਹਾਂ ਯਾਦ ਹੈ ਕਿ ਸਾਰਿਆਂ ਦੀਆਂ ਵੀਣੀਆਂ ਵਿੱਚ ਫੁੱਲਾਂ ਦੇ ਗਜਰੇ ਪਾਏ ਹੋਏ ਸਨ, ਪਰ ਇੱਕ ਗੱਲ ਮੈਨੂੰ ਯਾਦ ਨਹੀਂ ਕਿ ਉਹਨਾਂ ਸਾਰਿਆਂ ਦੇ ਅਲੱਗ-ਅਲੱਗ ਚਿਹਰੇ ਕਿਹੋ ਜਿਹੇ ਸਨ। ਉਸ ਦਿਨ ਵੀ ਤੇ ਅੱਜ ਵੀ ਮੈਨੂੰ ਸਾਰੇ ਚਿਹਰੇ ਇੱਕੋ ਜਿਹੇ ਲੱਗਦੇ ਹਨ। ਕੁਝ ਲੋਕ ਇੱਕ ਪਾਸੇ ਸਨ। ਇਹਨਾਂ ਵਿੱਚੋਂ ਇੱਕ ਤਬਲਾ ਵਜਾ ਰਿਹਾ ਸੀ, ਇੱਕ ਹਾਰਮੋਨੀਅਮ। ਉਹਨਾਂ ਵਿੱਚ ਇੱਕ ਔਰਤ ਸੀ ਜੋ ਬਾਅਦ ਵਿੱਚ ਪਤਾ ਲੱਗਿਆ ਕਿ ਉਹ ਗਾਉਣ ਵਾਲੀ ਸੀ। ਉਹਨਾਂ ਵਿੱਚੋਂ ਹੀ ਇੱਕ ਲਹਿੰਗੇ ਵਾਲੀ ਦੇ ਉੱਠੀ। ਯਾਦ ਨਹੀਂ ਲਹਿੰਗੇ ਦਾ ਰੰਗ ਨੀਲਾ ਸੀ ਜਾਂ ਪੀਲਾ ਜਾਂ ਕੋਈ ਹੋਰ। ਅੱਜ ਵੀ ਮੇਰੇ ਕੋਲ ਰੰਗਾਂ ਦੀ ਵਿਆਖਿਆ ਨਹੀਂ ਹੈ। ਹੁਣ ਤਾਂ ਕਦੇ-ਕਦੇ ਮੈਂ ਇਸ ਉਲਝਣ ਵਿੱਚ ਵੀ ਫਸ ਜਾਂਦੀ ਹਾਂ ਕਿ ਉਸਨੇ ਲਹਿੰਗਾ ਪਾਇਆ ਹੋਇਆ ਸੀ ਜਾਂ ਸਾੜੀ, ਸੂਟ ਜਾਂ ਸਕਰਟ, ਸਾਰਾ ਕੁਝ ਜਾਂ ਕੁਝ ਵੀ ਨਹੀਂ। ਕੱਪੜਿਆਂ ਦਾ ਰੰਗ ਕੀ ਸੀ? ਨੀਲਾ, ਹਰਾ, ਕਾਲਾ, ਕਣਕਵੰਨਾ ਜਾਂ ਫਿਰ ਕੋਈ ਰੰਗ ਨਹੀਂ ਸੀ ਜਾਂ ਸਾਰਾ ਰੰਗ ਉੱਡਿਆ ਹੋਇਆ ਸੀ। ਉਸਨੇ ਨਿਉ ਕੇ ਸਲਾਮ ਕੀਤੀ। ਉਹ ਸਲਾਮ ਅਤੇ ਉਸਦੇ ਚਿਹਰੇ ਦੀ ਮੁਸਕਾਨ ਜਿਵੇਂ ਮੇਰੇ ਦਿਲ ਵਿੱਚ ਪੱਥਰ ਉੱਤੇ ਲਿਖੀ ਇਬਾਰਤ ਵਾਂਗੂ ਖੁਣੀ ਗਈ। ਇਸ ਇਬਾਰਤ ਦੀ ਵਿਆਖਿਆ ਮੇਰੀ ਸ਼ਖਸੀਅਤ ਦੇ ਨਿਰਮਾਣ ਵਿੱਚ ਪਹਿਲੇ ਪੱਥਰ ਵਾਂਗੂ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਦੂਜੇ ਪਾਸਿਓਂ ਰੌਲੇ ਦੀ ਬਦਬੂ ਜਿਵੇਂ ਸਾਰੀ ਦੁਨੀਆ ਵਿੱਚ ਫੈਲ ਗਈ। ਅਸੀਂ ਜਦੋਂ ਪਿੰਡ ਜਾਂਦੇ ਸੀ ਅਤੇ ਬੁੱਢੀ ਨਾਨੀ ਤੋਂ ਕਹਾਣੀ ਸੁਣਦਿਆਂ ਕਿਸੇ ਬਦਬੂ ਨੂੰ ਮਹਿਸੂਸ ਕਰਦੇ ਤਾਂ ਮੇਰੀ ਮਾਂ ਦੀ ਨਾਨੀ ਆਖਦੀ ਹੁੰਦੀ ਸੀ ਕਿ ਜਦੋਂ ਕੋਈ ਬੁਰੀ ਆਤਮਾ ਕੋਲ ਦੀ ਲੰਘਦੀ ਹੈ ਤਾਂ ਅਜਿਹੀ ਬਦਬੂ ਆਉਂਦੀ ਹੈ। ਵਾਜੇ ਵਾਲਿਆਂ ਕੋਲ ਬੈਠੀ ਔਰਤ ਨੇ ਅਲਾਪ ਲਿਆ ਅਤੇ ਦੂਜੀ ਔਰਤ ਨੇ ਨੱਚਣਾ ਸ਼ੁਰੂ ਕੀਤਾ। ਮੈਂ ਅੱਜ ਦਾਅਵੇ ਨਾਲ ਆਖ ਸਕਦੀ ਹਾਂ ਕਿ ਉਹ ਕੋਈ ਸ਼ਾਸਤਰੀ ਬੰਦਿਸ਼ ਸੀ ਅਤੇ ਉਹ ਔਰਤ ਲਗਭਗ ਕਥਕ ਕਰ ਰਹੀ ਸੀ, ਪਰ ਉਹ ਬੰਦਿਸ਼ ਪੂਰੀ ਹੋਣ ਤੋਂ ਪਹਿਲਾਂ ਹੀ ਫਿਰ ਰੌਲਾ ਪਿਆ। ਉਹ ਇਹ ਸਭਦਾ ਸੀ, ਕੋਈ ਚੱਕਵੀਂ ਜਿਹੀ ਚੀਜ਼ ਅਤੇ ਅਜਿਹੀਆਂ ਹੀ ਹੋਰ ਫਰਮਾਇਸ਼ਾਂ। ਉਹ ਬੇਵਕੂਫ ਸੀ ਜੋ ਕਥਕ ਕਰਨ ਦੀ ਸੋਚੀ। ਪਰਖੇ ਹੋਏ ਨੂੰ ਕੀ ਪਰਖਣਾ। ਨੱਚਣਾ ਗਾਉਣਾ ਚੱਲ ਰਿਹਾ ਸੀ। ਲਗਭਗ ਅਸੀਂ ਸਾਰੇ ਹੀ ਹੈਰਾਨ ਸਾਂ। ਬਸ ਕਦੇ-ਕਦੇ ਅਜੀਬ ਜਿਹੀਆਂ ਆਵਾਜ਼ਾਂ ਭਾਫ ਵਾਂਗੂ ਇੱਧਰ ਉੱਧਰ ਉੱਡਦੀਆਂ ਸਨ। ਜਿਹੜੀਆਂ ਬੰਦਿਸ਼ਾਂ ਨਾਲ ਪ੍ਰੋਗਰਾਮ ਸ਼ੁਰੂ ਹੋਇਆ ਸੀ ਉਹ ਗਵਾ ਚੁੱਕੀਆਂ ਸਨ। ਅਜੀਬ ਤਰ੍ਹਾਂ ਦੇ ਇੰਦਰੀ ਬੋਧ ਨਾਲ ਭਰੇ ਗੰਦੇ ਗਾਣਿਆਂ ਤੇ ਉਹ ਅਜੀਬ ਨਾਚ ਨੱਚ ਰਹੀ ਸੀ। ਲਗਾਤਾਰ ਫਰਮਾਇਸ਼ਾਂ ਵੀ ਕੀਤੀਆਂ ਜਾ ਰਹੀਆਂ ਸਨ।
ਜਿਵੇਂ ਚੋਲੀ ਕੇ ਪੀਛੇ ਕਿਆ ਹੈ ਆਦ। ਬੰਦਿਸ਼ਾਂ ਹੋਰ ਵੀ ਟੁੱਟ ਰਹੀਆਂ ਸਨ। ਸਵਾਦ ਲੈਣ ਵਾਲਿਆਂ ਨੇ ਘੇਰਾ ਕੱਸ ਲਿਆ ਸੀ। ਨੱਚਣ ਵਾਲੀ ਅਤੇ ਉਹਨਾਂ ਵਿਚਕਾਰ ਦੂਰੀ ਘਟਦੀ ਜਾ ਰਹੀ ਸੀ ਅਤੇ ਗੱਲ ਹੁਣ ਨੱਚਣ ਗਾਉਣ ਤੱਕ ਸੀਮਤ ਨਹੀਂ ਰਹੀ ਸੀ। ਕੇਵਲ ਮੈਂ ਅਤੇ ਛੋਟੀ ਭੂਆ ਹੀ ਖੜੀਆਂ ਰਹਿ ਗਈਆਂ ਸਾਂ। ਕੋਈ ਉਸਦਾ ਹੱਥ ਫੜ ਕੇ ਉਸਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਕੋਈ ਉਸਦੇ ਗਲ ਵਿੱਚ ਬਾਹਾਂ ਪਾ ਕੇ ਨੱਚਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਫਿਰ ਵੀ ਨੱਚ ਰਹੀ ਸੀ। ਰੁਪਈਏ ਪੈਸੇ ਸਿੱਟੇ ਜਾ ਰਹੇ ਸੀ। ਉਸਦੇ ਨਾਲ ਆਏ ਲੋਕਾਂ ਦੇ ਚਿਹਰਿਆਂ ਉੱਤੇ ਕੋਈ ਭਾਵ ਨਹੀਂ ਸੀ। ਇਹ ਆਖਿਆ ਜਾ ਸਕਦਾ ਕਿ ਉਹ ਉਸ ਦ੍ਰਿਸ਼ ਵਿੱਚੋਂ ਪੂਰੀ ਤਰ੍ਹਾਂ ਗੈਰ ਹਾਜ਼ਰ ਸਨ। ਤਬਲਾ ਅਤੇ ਹਾਰਮੋਨੀਅਮ ਵੀ ਇਸ ਤਰ੍ਹਾਂ ਵੱਜ ਰਿਹਾ ਸੀ ਜਿਵੇਂ ਹਮੇਸ਼ਾ ਤੋਂ ਇਸ ਦ੍ਰਿਸ਼ ਦਾ ਹਿੱਸਾ ਰਿਹਾ ਹੁੰਦਾ ਹੈ। ਐਨੇ ਵਿੱਚ ਇੱਕ ਚਿਹਰੇ ਨੇ ਨੋਟਾਂ ਦੀ ਗੁੱਟੀ ਲਹਿਰਾਉਂਦੇ ਹੋਏ ਉਸਨੂੰ ਆਪਣੇ ਵੱਲ ਆਉਣ ਦਾ ਇਸ਼ਾਰਾ ਕੀਤਾ। ਦੋ ਜ਼ਰੂਰਤਮੰਦ ਪੈਰ ਤਬਲੇ ਦੀ ਤਾਪ ਉੱਤੇ ਚੱਲਦੇ ਹੋਏ ਆਏ ਅਤੇ ਆਦਤ ਅਨੁਸਾਰ ਦੋ ਹੱਥ ਵਧੇ, ਪਰ ਤਾਕਤਵਰ ਹੱਥਾਂ ਨੇ ਪੈਸੇ ਵਾਲੇ ਹੱਥ ਨੂੰ ਪਿੱਛੇ ਕਰ ਲਿਆ ਅਤੇ ਦੂਜੇ ਹੱਥ ਨਾਲ ਉਸਨੂੰ ਆਪਣੇ ਵੱਲ ਖਿੱਚ ਲਿਆ। ਉਸਨੇ ਲਗਭਗ ਉਸਨੂੰ ਥੱਲੇ ਸੁੱਟਦੇ ਹੋਏ ਅਤੇ ਜ਼ਬਰਦਸਤੀ ਆਪਣਾ ਹੱਥ ਗੁੱਟ ਤੱਕ ਉਸਦੇ ਬਲਾਊਜ਼ ਵਿੱਚ ਪਾ ਕੇ ਉਹ ਪੈਸੇ ਉੱਥੇ ਪਾ ਦਿੱਤੇ। ਦੇਰ ਤੱਕ ਉਸਦਾ ਹੱਥ ਉੱਥੇ ਹੀ ਰਿਹਾ। ਉਹ ਆਪਣੇ ਚਿਹਰੇ ਉੱਤੇ ਕਿਸੇ ਤਰ੍ਹਾਂ ਦਾ ਗੁੱਸਾ ਲਿਆਏ ਬਿਨਾਂ ਆਪਣੇ ਆਪ ਨੂੰ ਛੁਡਾਉਣ ਦਾ ਯਤਨ ਕਰ ਰਹੀ ਸੀ। ਉਸਦੇ ਨਾਲ ਆਏ ਲੋਕਾਂ ਵਿੱਚੋਂ ਕੋਈ ਉੱਠ ਕੇ ਨਹੀਂ ਆਇਆ। ਸਾਰੀ ਮਹਿਫਲ ਵਾਹ ਵਾਹ ਕਰ ਰਹੀ ਸੀ। ਛੋਟੀ ਭੂਆ ਕੋਈ ਗਾਲ ਕੱਢਦੀ ਹੋਈ ਉੱਥੋਂ ਚਲੀ ਗਈ ਅਤੇ ਇੱਕ 9 ਸਾਲ ਦੀ ਬੱਚੀ ਉੱਥੇ ਹੀ ਫਰੀਜ਼ ਹੋ ਗਈ। ਉਸਦੇ ਬਨੇਰੇ ਉੱਤੇ ਰੱਖੇ ਚਿਹਰੇ ਉੱਤੇ ਕਈ ਘੰਟਿਆਂ ਤੱਕ ਹੰਝੂਆਂ ਤੋਂ ਬਿਨਾਂ ਕੁਝ ਨਹੀਂ ਸੀ, ਨਾ ਕੋਈ ਭਾਵ ਅਤੇ ਨਾ ਹੀ ਕੋਈ ਇੱਛਾ। ਔਰਤ ਦੇ ਜੀਵਨ ਨਾਲ ਇਹ ਉਸਦੀ ਪਹਿਲੀ ਜਾਣ ਪਛਾਣ ਸੀ ਅਤੇ ਇੱਕ ਉਦਾਸ ਸਵਾਲ, ਅਜਿਹਾ ਕਿਉਂ? ਨਾਲ ਪਹਿਲੀ ਜਾਣ ਪਛਾਣ। ਇਹ ਦ੍ਰਿਸ਼ ਬਹੁਤ ਬਾਅਦ ਵਿੱਚ ਜਾ ਕੇ ਮੇਰੀ ਸਮਝ ਦਾ ਹਿੱਸਾ ਬਣਿਆ, ਪਰ ਇਸ ਸਮਝ ਨੇ ਵੀ ਉਸ 9 ਸਾਲ ਦੀ ਕੁੜੀ ਦੀਆਂ ਅੱਖਾਂ ਵਿੱਚੋਂ ਵਹਿੰਦੇ ਹੰਝੂਆਂ ਦੇ ਸੁੱਕਣ ਵਿੱਚ ਕੋਈ ਮਦਦ ਨਹੀਂ ਕੀਤੀ। ਪਰ ਇੱਕ ਗੱਲ ਜ਼ਰੂਰ ਵਾਪਰੀ ਕਿ ਬਦਤਮੀਜ਼ੀਆਂ ਲਈ ਪਹਿਲਾਂ ਤੋਂ ਹੀ ਮਸ਼ਹੂਰ ਇਸ ਕੁੜੀ ਨੇ ਆਪਣੀ ਜ਼ਿੰਦਗੀ ਵਿੱਚ ਵੱਡੀ ਹੋ ਕੇ ਹੋਰ ਵੀ ਕਈ ਬਦਤਮੀਜ਼ੀਆਂ ਕੀਤੀਆਂ। ਉਸਨੇ ਘਰ ਪਰਿਵਾਰ ਅਤੇ ਸਕੂਲ ਵਿੱਚ ਅੱਖਾਂ ਪਾ ਕੇ ਸਵਾਲ ਪੁੱਛੇ ਅਤੇ ਵਿਰੋਧ ਕਰਨ ਦੇ ਕਈ ਬੇਮਿਸਾਲ ਤਰੀਕਿਆਂ ਦੀ ਖੋਜ ਕੀਤੀ। ਨਾ ਉਸਨੇ ਭੋਲੀ ਭਾਲੀ ਕੁੜੀ ਬਣਨਾ ਮਨਜ਼ੂਰ ਕੀਤਾ ਅਤੇ ਨਾ ਹੀ ਹਰ ਗੱਲ ਉੱਤੇ ਹੇ ਰੱਬਾ ਆਖ ਕੇ ਹੈਰਾਨ ਹੋਣਾ। ਇਸੇ ਲਈ ਉਸਨੂੰ ਰੋਂਦਿਆਂ ਹੋਇਆਂ ਵੀ ਇਹ ਦੇਖ ਕੋਈ ਹੈਰਾਨੀ ਨਹੀਂ ਹੋਈ ਕਿ ਅਯੋਧਿਆ ਮਹਾਰਾਜ ਨੇ ਖੰਭ ਦੇ ਪਿੱਛੇ ਖੜੋ ਕੇ ਸਾਰੀ ਰਾਤ ਹੋਏ ਇਸ ਤਮਾਸ਼ੇ ਨੂੰ ਬਹੁਤ ਸਵਾਦ ਨਾਲ ਭੋਗਿਆ ਸੀ। ਬਹੁਤ ਸਮਝਦਾਰ ਹੋ ਜਾਣ ਤੋਂ ਬਾਅਦ ਵੀ ਮੇਰੇ ਅੰਦਰ ਉਹ 9 ਸਾਲਾਂ ਦੀ ਬੱਚੀ ਦੀ ਚਟਪਟਾਹਟ ਸਿਰ ਚੱਕ ਲੈਂਦੀ ਹੈ ਅਤੇ ਬੇਚੈਨੀ ਵਿੱਚ ਮੇਰੀ ਛਾਤੀ ਨਾਲ ਸਿਰ ਫੋੜਦੀ ਰਹਿੰਦੀ ਹੈ। ਬਾਅਦ ਵਿੱਚ ਮੈਂ ਪੜ੍ਹਨ ਲਈ ਸਾਹਿਤ ਨੂੰ ਵਿਸ਼ੇ ਦੇ ਤੌਰ 'ਤੇ ਚੁਣਿਆ ਅਤੇ ਲੇਖਕਾਂ ਕਵੀਆਂ ਦੁਆਰਾ ਵਿਵਸਥਾ ਅਤੇ ਸੱਤਾ ਦੀ ਉਲੰਘਣਾ, ਅਸ਼ਲੀਲਤਾ, ਆਡੰਬਰੀ ਵੇਸ ਅਤੇ ਘਿਨਾਉਣੇਪਨ ਆਦਿ ਲਈ ਦਿੱਤੇ ਜਾਣ ਵਾਲੇ ਵੇਸ਼ਵਾ, ਰੰਡੀ ਅਤੇ ਕਾਲ ਗਰਲ ਵਰਗੇ ਪ੍ਰਤੀਕਾਂ ਅਤੇ ਉਪਨਾਵਾਂ ਨੂੰ ਕਦੇ ਵੀ ਸਵੀਕਾਰ ਨਹੀਂ ਕੀਤਾ। ਇਹ ਸਭ ਲਿਖਣ ਵਾਲਿਆਂ ਨੇ ਜੇਕਰ ਉਸ ਬੱਚੀ ਦੀਆਂ ਅੱਖਾਂ ਨਾਲ ਦੇਖਿਆ ਹੁੰਦਾ ਤਾਂ ਉਹ ਕਦੇ ਵੀ ਅਜਿਹੇ ਸ਼ਬਦਾਂ ਦਾ ਇਸਤੇਮਾਲ ਕਰਨ ਦੀ ਹਿੰਮਤ ਨਾ ਕਰਦੇ। ਮਰਦਾਂ ਦੀ ਸੱਤਾ ਨੇ ਪਹਿਲਾਂ ਇੱਕ ਆਬਾਦੀ ਦੇ ਪੂਰੇ ਜੀਵਨ ਸੰਘਰਸ਼ ਨੂੰ ਤਮਾਸ਼ਾ ਬਣਾਇਆ। ਇਸ ਤਮਾਸ਼ੇ ਨੂੰ ਨਫ਼ਰਤ ਨਾਲ ਦੇਖਦਿਆਂ ਹੋਇਆਂ ਸਵਾਦ ਵੀ ਲਿਆ ਅਤੇ ਫਿਰ ਇਸ ਨੂੰ ਭਾਸ਼ਾਈ ਪ੍ਰਤੀਕਾਂ ਦੀ ਬੌਧਿਕ ਖੇਡ ਵਿੱਚ ਕੈਦ ਕਰ ਦਿੱਤਾ।